ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸ਼੍ਰੀ ਅੰਗਦ ਸੁਣੀਏ ਗੁਣ ਪੂਰਨ। ਆਏ ਜੰਬੂ ਮਹਿ ਪੁਨ ਤੂਰਨ। ਸਹਿਜ ਸੁਭਾਇਕ ਆਏ ਸੁਹੇਲੋ। ਹੋਤ ਪਇਓ ਸਿੱਧਣ ਸੋ ਮੇਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ, ਸਾਰਿਆਂ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸ਼੍ਰੀ ਅੰਗਦ ਸੁਣੀਏ ਗੁਣ ਪੂਰਨ। ਆਏ ਜੰਬੂ ਮਹਿ ਪੁਨ ਤੂਰਨ। ਸਹਿਜ ਸੁਭਾਇਕ ਆਏ ਸਹੇਲੋ। ਹੋਤ ਪਇਓ ਸਿੱਧਣ ਸੋ ਮੇਲੋ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ 7 ਦੀਪਾਂ ਦੇ ਭਰਮਣ ਤੋਂ ਬਾਅਦ ਜਦੋਂ ਭਾਰਤ ਖੰਡ ਆਉਂਦੇ ਨੇ, ਭਾਰਤ ਦੇਸ਼ ਆਉਂਦੇ ਨੇ, ਸ਼੍ਰੀ ਅੰਗਦ ਸੁਣੀਏ ਗੁਣ ਪੂਰਨ, ਗੁਣਾਂ ਦੇ ਵਿੱਚ ਸੰਪੰਨ हे ਗੁਰੂ ਅੰਗਦ ਸਾਹਿਬ, ਅਗਲੀ ਕਥਾ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੁਣੋ। ਸਹਿਜ ਸੁਭਾਇਕ ਆਏ ਸੁਹੇਲੋ। ਇਨ੍ਹਾਂ 7 ਦੀਪਾਂ ਦਾ ਭਰਮਣ ਕਰਕੇ ਬੜੇ ਸਹਿਜ ਵਿੱਚ, ਅਡੋਲਤਾ ਵਿੱਚ ਸਤਿਗੁਰੂ ਜੀ ਵਾਪਸ ਆਏ ਨੇ। ਔਰ ਪੂਰੇ ਰਸਤੇ ਦੇ ਵਿੱਚ ਕੋਈ ਵਿਘਨ, ਕੋਈ ਰੁਕਾਵਟ ਨਹੀਂ ਹੋਈ। ਹੋਤ ਭਇਓ ਸਿੱਧਨ ਸੋ ਮੇਲੋ।
ਇੱਥੇ ਫਿਰ ਸਤਿਗੁਰੂ ਜੀ ਦੀ ਸਿੱਧ ਜੋਗੀ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ। ਸਿੱਧ ਜੋਗੀ ਲੋਕਾਂ ਨਾਲ ਆ ਕੇ ਸਤਿਗੁਰੂ ਜੀ ਮਿਲੇ ਨੇ। ਦਾਸ ਕੱਲ੍ਹ ਵੀ ਬੇਨਤੀ ਕਰ ਰਿਹਾ ਸੀ, ਉਸ ਵੇਲੇ ਵੱਡੇ ਧਰਮ ਸਨ। कोई सनातन मत है, कोई इस्लाम मत है, फिर जैन मत, बुद्ध मत। सनातन मत विच भी बड़े सारे फिरके सन, पर उन्हां दे विच जिहड़ी बहुती प्रसिद्धि है उस वक्त दे समय अनुसार वो इउं लगता है कि जोगी लोगों की है, जां इंज कह लईए कि खास करके जिहड़ा अज भी उत्तरी भारत है, इहदे विच जोगी लोगों का जिहड़ा बोल बाला सी वो बहुता सी। और कुछ इहदा दूसरा कारण भी समझ आउंदा है कि बहुतियां शक्तियां इन्हां कोल ही सन। रिधियां सिद्धियां करामातां, और दुनिया हमेशा इन्हां चीज़ां तो ही प्रभावित होंदी है। जिहड़े बाबा जी लोकां नूं कहण भाई नाम जपो भगती करो, उन्हां कोल बहुती दुनिया नहीं जाती, क्योंकि ये गल मनी गई है कि रोटी खाई है शक्कर से, दुनिया लुट गए मक्कर से। रोटी जिन्नी शक्कर नाल स्वाद लगती है, शायद दुनिया की कोई दूसरी डिश नहीं है। कोई दाल भाजी ये बराबर कम नहीं कर सकती। तुसी कस्टर्ड बना लो, खीर बना लो, जिन्नियां मर्जी मिठियां चीज़ां भी बना लो। अज भी जिहड़े पंजाबी लोग ने, भावें हिंदू ने, मुसलमान ने, सिख ने, उन्हां दे विच एक बड़ी मेहमान नवाजी है कि शक्कर च घ्यो पा के जां घ्यो च शक्कर पा के प्राहुणे नूं दित्ती जाए। ते दूसरा शब्द सी दुनिया लुट गए मक्कर से। जिन्ना दुनिया नूं मक्कर करके लुटिया जा सकता है, धोखे करके, कलाबाजियां करके, भेख करके, पखंड करके, उदा नहीं लुटिया जा सकता। देखो ना, सुभावक कोई आदमी तुहाडे घर आके कहे कि वीर जी पैसे चाहिए सी उधारे, कोई नहीं देगा। तो जे आउंदे ही बंदा भैड़ा जिहा मूँह बनावे, मंजी ते बवे ना, रोई जावे, फिर असी फड़ फुड़ के उन्होंने पानी भी पियावांगे, मंजी ते भी बिठावांगे, चाह भी पियावांगे, ते ना सरदे नूं भी कुछ ना कुछ तो दे के ही तोरांगे। तो ये जिहड़े सिद्ध जोगी लोग सन, भावें ये पैसे नहीं लैंदे सन। हुण इहदा एक दूसरा पक्ष भी उदों पैसे हुंदे किहदे कोल सी? किसी कोल भी नहीं सी हुंदे। मैं खुद अपनी किन्नी कुछ उम्र है मेरी, मैं अपनी उम्र च खुद वेखिया कि लोग दुध उधारा लै लैंदे सी, उधारा मोड़ दिंदे सी। 2-4 महीने किसी घरों 2-4 गड़वियां दोधियां लै लैनियां ते 2-4 महीने मुड़ के जो अपनी मझ सोनी उदों मोड़ देनियां। आटा लोग उधारा लै लैंदे सी। ईवन बनी दाल भाजी वेले कवेले प्राहुणा आ गया तो लोग ढाबे ते नहीं सी जांदे, ढाबे हुंदे नहीं सी। गवांढियां घर जाना भी जे सब्जी हैगी तो दिओ, जे प्राहुणा आ गया।
ਕਦੇ ਕੋਈ ਮੰਗਣ ਆਏ ਨੂੰ ਦੇ ਦੇਣੀ, ਕਦੇ ਆਪ ਲੋੜ ਪੈਣੀ ਤੇ ਮੰਗ ਲਿਆਉਣੀ। ਮਤਲਬ ਇੱਥੋਂ ਤੱਕ ਮੈਂ ਵੇਖਿਆ ਵੀ ਜਦੋਂ ਕੋਈ ਬਾਹਰ ਆ ਕੇ ਕੋਈ ਫਰੂਟ ਵੇਚਦਾ ਸੀ, ਕੋਈ ਸਬਜ਼ੀ ਵੇਚਦਾ ਸੀ, ਤੇ ਉਹ ਇੱਦਾਂ ਨਹੀਂ ਸੀ ਵੇਚਦਾ ਵੀ ਇੰਨੇ ਰੁਪਈਏ ਦਰਜਨ ਤੇ ਇੰਨੇ ਰੁਪਈਏ ਕਿਲੋ, ਨਾ। 2 ਤੋਲ 3 ਤੋਲ 1 ਤੋਲ, 1 ਤੋਲ 2 ਤੋਲ 3 ਤੋਲ ਦਾ ਮਤਲਬ ਕੀ ਦਾਣਿਆਂ ਤੋਂ, ਕਿ ਤਕੜੀ ਦੇ 1 ਛਾਬੇ ਵਿੱਚ ਦਾਣੇ ਪਾਓ, ਉਹਨਾਂ ਦਾਣਿਆਂ ਤੋਂ 2 ਤੋਲ ਤੁਹਾਨੂੰ ਸਬਜ਼ੀ ਮਿਲ ਜਾਏਗੀ, ਫਰੂਟ ਮਿਲ ਜਾਏਗਾ। ਲੋਕ ਖਰੀਦੋ ਫਰੋਖਤ ਵੀ ਇੱਦਾਂ ਹੀ ਕਰਦੇ ਸੀ, ਵੇਚਾ ਵਚਾਈ ਵੀ ਇੱਦਾਂ ਹੀ ਕਰਦੇ ਸੀ, ਪੈਸੇ ਹੁੰਦੇ ਹੀ ਨਹੀਂ ਸੀ। ਜਾਂ ਇਉਂ ਕਹਿ ਲਈਏ ਕਿ ਜਿਹੜੇ ਧਾਰਮਿਕ ਦੁਨੀਆ ਵਿੱਚ ਵੀ ਲੋਕ ਸੀ, ਉਹਨਾਂ ਵਿੱਚ ਵੀ ਬਹੁਤੀ ਹੋੜ ਨਹੀਂ ਸੀ ਪੈਸੇ ਇਕੱਠੇ ਕਰਨ ਦੀ। ਉੱਥੇ ਵੀ ਬਸ ਇਹੀ ਸੀ ਵੀ ਮੈਂ ਵੱਡਾ ਸੰਤ, ਤੂੰ ਵੱਡਾ ਸੰਤ। ਤੋ ਸਿੱਧ ਜੋਗੀ ਲੋਕ ਗੁਰੂ ਨਾਨਕ ਸਾਹਿਬ ਨੂੰ ਫਿਰ ਮਿਲੇ ਨੇ, ਪਹਿਲਾਂ ਵੀ ਕਈ ਵਾਰੀ ਮਿਲੇ ਨੇ। ਬੜੀ ਵਾਰੀ ਇਹ ਕਥਾ ਪਹਿਲਾਂ ਵੀ ਆਪਾਂ ਸਿੱਧ ਜੋਗੀਆਂ ਨਾਲ ਸਤਿਗੁਰਾਂ ਦੀਆਂ ਇਹ ਮੁਲਾਕਾਤਾਂ ਜਿਹੜੀਆਂ ਨੇ, ਮਿਲਣੀਆਂ ਜਿਹੜੀਆਂ ਨੇ, ਇਹ ਸੁਣੀਆਂ ਨੇ। ਹਾਂਜੀ। ਗੋਰਖ ਤਪ ਕੋ ਤੋ ਸਥਾਨਾ, ਬੈਠ ਗਏ ਤਹਿ ਕਿਰਪਾ ਨਿਦਾਨਾ। ਹੁਣ ਜਿੱਥੇ ਸਤਿਗੁਰੂ ਆਏ ਨੇ, ਕਹਿੰਦੇ ਨੇ ਇਹ ਉਹ ਥਾਂ ਸੀ ਜਿੱਥੇ ਜੋਗੀਆਂ ਦੇ ਗੁਰੂ ਗੋਰਖ ਦਾ ਮੰਨਿਆ ਜਾਂਦਾ ਸੀ ਕਿ ਉਸਨੇ ਤਪ ਕੀਤਾ ਹੈ। ਜਿੱਥੇ ਤੁਸੀਂ ਪੜ੍ਹੇ ਹੋ, ਤੁਸੀਂ ਆਪਣੀ ਜ਼ਿੰਦਗੀ 'ਚ ਇੱਕ ਵਾਰੀ ਉੱਥੇ ਜ਼ਰੂਰ ਜਾਂਦੇ ਹੋ ਕਿ ਮੈਂ ਸਕੂਲ 'ਚ ਬਹਿ ਕੇ ਪੜ੍ਹਦਾ ਹੁੰਦਾ ਸੀ। ਜਿਸ ਘਰ ਵਿੱਚ ਤੁਹਾਡਾ ਜਨਮ ਹੁੰਦਾ ਹੈ, ਤੁਸੀਂ ਉੱਥੇ ਜ਼ਰੂਰ ਜਾਓਗੇ ਕਿ ਇਹ ਮੇਰਾ ਬਰਥ ਪਲੇਸ ਹੈ। ਇਸੇ ਤਰ੍ਹਾਂ ਜਿੱਥੇ ਤੁਸੀਂ ਨੌਕਰੀ ਕੀਤੀ ਹੈ, ਕਦੇ ਨਾ ਕਦੇ ਤੁਸੀਂ ਉਸ ਦਫ਼ਤਰ ਵੀ ਜਾਓਗੇ ਵੀ ਸਾਰੀ ਉਮਰ ਮੈਂ ਇੱਥੇ ਨੌਕਰੀ ਕਰਦਾ ਸੀ, ਇਸ ਕਮਰੇ 'ਚ ਬੈਠਦਾ ਸੀ। ਇਹ ਤੁਹਾਡੀ ਕਰਮ ਭੂਮੀ ਹੁੰਦੀ ਹੈ। ਤੋ ਜਿੱਥੇ ਗੋਰਖ ਨੇ ਤਪ ਕੀਤਾ ਹੈ, ਸਤਿਗੁਰੂ ਪਿਤਾ ਜੀ ਉੱਥੇ ਗਏ ਨੇ। ਇੱਥੇ ਜੋਗੀ ਲੋਕ ਬੈਠੇ ਸਨ। ਗੋਰਖ ਤਪ ਕੋ ਹੁਤੋ ਸਥਾਨਾ, ਬੈਠ ਗਏ ਤਹ ਕਿਰਪਾ ਨਿਦਾਨਾ। ਜੋਗੀ ਬੈਠੇ ਨੇ, ਗੁਰੂ ਜੀ ਵੀ ਜਾ ਕੇ ਬਹਿ ਗਏ। ਸਤਿਗੁਰੂ ਜੀ ਨੇ ਉੱਥੇ ਜਾ ਕੇ ਸਮਾਧੀ ਲਾਈ ਹੈ। ਹਾਂਜੀ। ਸਭ ਸਿੱਧਨ ਕੋ ਮਿਲ ਤਿਨ ਕੀਨੋ, ਸਭ ਸਿੱਧਨ ਮਿਲ ਇੱਕ ਤਿਨ ਲੀਨੋ, ਗੁਰ ਆਗੇ ਭੇਟ ਸੋ ਧਰ ਦੀਨੋ। ਜਿਹੜੇ ਸਿੱਧ ਜੋਗੀ ਲੋਕ ਸਨ, ਉਹਨਾਂ ਨੇ ਕੀ ਕੀਤਾ? ਗੁਰੂ ਜੀ ਦੀ ਆਮਦ ਵੇਖੀ। ਵੇਖੋ ਹੁਣ ਨਾ ਤਾਂ ਅਣਨੋਨ ਗੁਰੂ ਜੀ ਸਨ ਤੇ ਨਾ ਜੋਗੀ ਸਨ, ਸਭ ਇੱਕ ਦੂਜੇ ਨੂੰ ਜਾਣਦੇ ਸੀ। ਸਿੱਧ ਜੋਗੀ ਲੋਕਾਂ ਨੇ ਜਿਵੇਂ ਹੀ ਗੁਰੂ ਸਾਹਿਬ ਆਏ ਤੇ ਇੱਕ ਛੋਟਾ ਜਿਹਾ ਤਿਲ ਇੱਕ ਅਨਾਜ ਦਾ ਦਾਣਾ ਹੈ। ਸਰਦੀਆਂ ਦੇ ਵਿੱਚ ਜਿਹੜੀਆਂ ਤੁਸੀਂ ਰਿਓੜੀਆਂ ਖਾਂਦੇ ਹੋ, ਗੱਚਕ ਖਾਂਦੇ ਹੋ, ਉਹਨਾਂ ਦੇ ਉੱਪਰ ਜਿਹੜੇ ਛੋਟੇ ਛੋਟੇ ਦਾਣੇ ਲੱਗੇ ਹੁੰਦੇ ਨੇ, ਉਹਨਾਂ ਨੂੰ ਤਿਲ ਕਹਿੰਦੇ ਨੇ। ਤਿਲਾਂ ਦਾ ਤੇਲ ਵੀ ਨਿਕਲਦਾ ਹੈ। ਤਿਲਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਿਆਲ ਦੇ ਵਿੱਚ ਖਾਣ ਵਾਲੀਆਂ ਗਜਾ ਵੀ ਤਿਆਰ ਕੀਤੀਆਂ ਜਾਂਦੀਆਂ ਨੇ। ਉਹਨਾਂ ਨੇ ਇੱਕ ਛੋਟਾ ਜਿਹਾ ਤਿਲ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੇ ਅੱਗੇ ਰੱਖ ਦਿੱਤਾ। ਕਹਿਣ ਲੱਗੇ, ਜੀ ਮਹਾਤਮਾ ਜੀ ਤੁਸੀਂ ਆਏ ਹੋ, ਨਾਨਕ ਜੀ ਤਪਾ ਜੀ ਤੁਸੀਂ ਆਏ ਹੋ, ਨਾਨਕ ਨਿਰੰਕਾਰੀ ਜੀ, ਤੇ ਆਹ ਸਾਡੀ ਛੋਟੀ ਜੀ ਭੇਟਾ ਹੈ। ਇੱਕ ਛੋਟਾ ਜਿਹਾ ਤਿਲ ਗੁਰੂ ਸਾਹਿਬ ਨੂੰ ਉਹਨਾਂ ਨੇ ਮੱਥਾ ਟੇਕਿਆ। ਹਾਂਜੀ। ਕਹਿਓ ਕਿ ਸਭ ਮੈਂ ਦੇਹੁ ਬਰਤਾਈ, ਨੀਰ ਦੁਰਾਏ ਦੀਨ ਤੇ ਥਾਈ। ਵੇਖੋ ਤੁਹਾਡੇ ਔਰ ਸਾਡੇ ਵਿੱਚ ਇੱਕ ਫਰਕ ਹੈ। ਤੁਸੀਂ ਜਿਵੇਂ ਜਿਵੇਂ ਵੱਖਰੀ ਵੱਖਰੀ ਦੁਨੀਆ ਵਿੱਚ ਜਾਓਗੇ, ਉਵੇਂ ਉਵੇਂ ਬੜੇ ਬੜੇ ਨਵੇਂ ਨਵੇਂ ਤੁਹਾਨੂੰ ਐਕਸਪੈਰੀਮੈਂਟ ਹੋਣਗੇ, ਤਜਰਬੇ ਹੋਣਗੇ, ਅਹਿਸਾਸ ਹੋਣਗੇ। ਔਰ ਹਰ ਪ੍ਰੋਫੈਸ਼ਨ ਦੇ ਵਿੱਚ
सब लोगों की बोली जिहड़ी है वो वक्री वक्री है, उन्हां दा मिलन वर्तन, उन्हां दा वर्तारा वखरा है। कोई भी विशा होवे, कोई भी काम धंधा होवे, किसी तरह की कोई ट्रेड होवे, हुण उन्हां दी एक अपनी लैंगुएज हुंदी है, एक अपनी बोली हुंदी है। उन्हां दा आपस विच हिसाब किताब भी होर तरह का ही हुंदा है। तुसीं कदे व्यापारियां कोल बैठे हो तो उत्थे एक बंदा आएगा, दो चार पर्चियां फड़ाएगा, ते दूजा बंदा जिहड़ा है वो अपनी डायरी कढ़ेगा, उहदे विच कर करके पर्चियां पाड़ पाड़ के सुटी जाएगा, मुड़ के रबड़ चढ़ा के लिफाफा फड़ा देगा भी आ तुहाडे पैसे ने जी। हुण साडे तां तुहाडे पल्ले कुछ भी नहीं पैना, ना कोई बिल, ना कोई लेजर बुक, ना कोई चेक, ना कोई ड्राफ्ट, कुछ भी नहीं, सब जबानी कलामी हो गया। उत्थे बैठे बंदे नूं नहीं पता लगता भी होया की है। जदों गुरु नानक साहब मुल्तान गए ने, उत्थे भी इदां ही होया सी। जदों सतगुरु मुल्तान गए तो सुन मुन नगरी भई, देख पीर भया हैराना। बड़ी अचरजता वाली गल सी कि इउं लगदा भी इत्थे कोई रहिंदा ही नहीं है। फिर की होया, सतगुरु जी ने उत्थे शब्द पढ़िया। अगली सवेर होई ते पिंड दे लोकां ने एक दुध दा कटोरा घल्लिया। भाई मरदाना जी कहन लगे, बाबा ये तो लोग बड़े मेहमान नवाज ने, भी मिलन भावें नहीं आए पर वेखो उन्होंने साडे छकण छकाउण लई पदार्थ भेजे ने ना। साडे विच भी जिहड़ा पहला सन्मान वो इहो ही है। तुसीं वेखिआ जदों बरात दा टकाऊ आउंदा हुंदा है तो पहला कुड़म नहीं एक दूजे नूं मिलदे हो, पहला वेटर ही बोतलां बातलां लैके पहुंच जाते हैं भी चलो जी ठंडा ठुंडा पीओ। तुसीं किसी दे तुसीं घर भी जाने हो, ऑफिस जाने हो, तो पहला की हुंदा है, तुहानूं वेटिंग एरिया च बिठा के उत्थे चाह पानी कई बारी आ जाता है, तो मिलण वाला भावें अद्धा घंटा लेट भी आए तुहानूं कदे महसूस ही नहीं हुंदा कि बड़ी बेइज्जती कीती बई, सानूं अद्धा घंटा इत्थे बिठा के रखे। वो बेइज्जती होई तो है पर वो चाह पानी ने ना ढक लई, साडी सानूं महसूस नहीं होण दित्ती। और एक सलीका भी है कि जे तुहानूं आए नूं चाह पानी अगलियां ने पुछिआ है तो इहदा अर्थ है कि उन्होंने तुहाडी बेइज्जती नहीं की, तुहाडा सन्मान कीता। भाई मरदाना कहन लगे, बाबा बड़े मेहमान नवाज ने, तो इन्होंने दुध भेज दिता है पीण वास्ते। सतगुरां ने आख्या, मरदानिया ये दुध पीण वास्ते नहीं आया, ये दुध उन्होंने सानू समझाउण वास्ते भेजिआ। बाबा मैं समझिआ नहीं की मतलब। सतगुरु जी कहन लगे, उन्होंने कहा भी साईं जी तुसीं आए हो बाहरों ते बाहर ही बैठे हो, ये जिहड़ी मुल्तान दी नगरी है आ जिवें कटोरा दुध दे नाल भरिया होया है ना, इवें पीरीपुर मुल्तान ये नगर भी जिहड़ा है ना तेरे वर्गे पीरां नाल पहले ही भरिया होया है। जा अगे लंघ जा, अगर इस नगरी च तू रहन आया तो इत्थे रहन लई थां कोई नहीं है। सतगुरा क्या, मरदानिया ये सानू समझाउण लई भेजिआ है, ये दुध पीण वास्ते नहीं भेजिआ। फिर मरदाने ने पूछा भी बाबा फिर? सतगुरु कहंदे जा चमेली का फुल तोड़ के लिया। वो सतगुरां ने दुध के कटोरे के उत्ते रख के जिहड़ा दुध लैके आया सी उहदे हाथी वापस भेज दिता।
ਭਾਈ ਮਰਦਾਨਾ ਕਹਿਣ ਲੱਗਾ ਬਾਬਾ ਇਹਦਾ ਕੀ ਮਤਲਬ ਹੈ? ਸਤਿਗੁਰੂ ਕਹਿੰਦੇ ਅਸੀਂ ਉਹਨਾਂ ਨੂੰ ਸਮਝਾ ਦਿੱਤਾ ਹੈ ਕਿ ਜੇ ਤੁਹਾਡੀ ਮੁਲਤਾਨ ਦੀ ਨਗਰੀ ਪੀਰਾਂ ਨਾਲ ਭਰੀ ਹੋਈ ਹੈ ਤੇ ਇਹ ਪੀਰ ਚਮੇਲੀ ਦੇ ਫੁੱਲ ਵਰਗਾ ਹੀ ਹੈ, ਇੱਥੇ ਰਹਿਣ ਨਹੀਂ ਆਇਆ। ਤੇ ਚਮੇਲੀ ਦਾ ਫੁੱਲ ਦੁੱਧ ਵਿੱਚ ਪਾਉਣ ਨਾਲ ਇਹ ਵੀ ਨਹੀਂ ਕਿ ਦੁੱਧ ਜਿਹੜਾ ਸੀ ਉਹ ਛਲਕ ਗਿਆ, ਛੰਨੇ ਤੋਂ ਬਾਹਰ ਡੁੱਲ ਗਿਆ। ਦੇਖੋ ਨਾ, ਭਰੇ ਭਾਂਡੇ ਵਿੱਚ ਕੋਈ ਚੀਜ਼ ਪਾਓਗੇ ਤੇ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਇਸੇ ਤਰ੍ਹਾਂ ਇਹ ਜਿਹੜਾ ਇਹਨਾਂ ਨੇ ਤਿਲਾਂ ਦਾ ਦਾਣਾ ਦਿੱਤਾ ਹੈ, ਇਹ ਕੀ ਸੀ? ਇੱਕ ਬੜਾ ਵੱਡਾ ਸਵਾਲ ਸੀ, ਬੜੀ ਵੱਡੀ ਪ੍ਰੀਖਿਆ ਸੀ, ਇੱਕ ਬਹੁਤ ਵੱਡਾ ਇਮਤਿਹਾਨ ਸੀ। ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਨੂੰ ਸਮਝਣ ਲਈ ਕਹਿਓ ਕਿ ਸਭ ਮੈਂ ਦੇਹੋ ਵਰਤਾਈ, ਨੀਰ ਦੁਰਾਏ ਦੀਨ ਤੈ ਥਾਈ। ਕਹਿਣ ਲੱਗੇ ਜੀ ਇਹ ਸਾਰਿਆਂ ਵਿੱਚ ਵਰਤਾ ਦਿਓ। ਹੁਣ ਇੱਕ ਤਿਲਾਂ ਦਾ ਦਾਣਾ ਕਿੰਨੇ ਬੰਦਿਆਂ 'ਚ ਵੰਡ ਕੇ ਖਾ ਲੋਗੇ ਜੀ ਤੁਸੀਂ? ਫਿਰ ਅਗਲਾ ਕੰਮ ਕੀ ਕੀਤਾ ਉਹਨਾਂ ਨੇ? ਉਹਨਾਂ ਨੇ ਆਪਣੀ ਸ਼ਕਤੀ ਨਾਲ ਜਿਹੜਾ ਉਸ ਥਾਂ ਤੇ ਪਾਣੀ ਸੀ ਉਹ ਲੁਕੋ ਦਿੱਤਾ। ਇਹ ਚੀਜ਼ਾਂ ਕਰਾਮਾਤਾਂ ਵਿੱਚ ਸੰਭਵ ਨੇ, ਇਹ ਅਸੰਭਵ ਨਹੀਂ। ਇਹ ਸਾਰੀਆਂ ਚੀਜ਼ਾਂ ਮੁਮਕਿਨ ਹੈ, ਇਹ ਨਾਮੁਮਕਿਨ ਵਾਲੀਆਂ ਗੱਲਾਂ ਨਹੀਂ। ਹੁਣ ਇਹ ਗੱਲਾਂ ਅਗਰ ਸਾਡੇ ਸਾਹਮਣੇ ਕੋਈ ਕਰੇ ਤੇ ਮੇਰਾ ਖਿਆਲ ਆਪਾਂ ਤੇ ਗੁਰਦੁਆਰੇ ਮੱਥਾ ਟੇਕਣੀ ਨਾ ਆਈਏ, ਆਪਾਂ ਤੇ ਸਾਰੇ ਉਧਰ ਭੱਜ ਜਾਈਏ। ਤੁਸੀਂ ਵੇਖਿਆ ਹੀ ਹੈ ਇੱਥੇ ਉਹ ਗੁਰੂ ਜੀ ਕਰਕੇ ਲੋਕ ਮਹਿਰੌਲੀ ਨੂੰ ਭੱਜੇ ਜਾਂਦੇ ਨੇ, ਗੁਰਦੁਆਰਿਆਂ ਨੂੰ ਨਹੀਂ ਆਉਂਦੇ। ਪੁੱਛੋ ਵੀ ਕੀ ਕਰਾਮਾਤ ਹੈ? ਅਸਲ ਵਿੱਚ ਕੀ ਉੱਥੇ ਟਰਸਟ ਬਣ ਗਿਆ ਹੈ। ਤੇ ਜਿਨ੍ਹਾਂ ਨੇ MBA ਕੀਤਾ ਹੈ ਉਹ ਬੈਸਟ ਮੈਨੇਜਮੈਂਟ ਉੱਥੇ ਦੇਈ ਜਾਂਦੇ ਨੇ। ਉਹ ਨਵੀਂ ਤੋਂ ਨਵੀਂ ਕਹਾਣੀ ਬਣਾ ਕੇ, ਨਵੇਂ ਤੋਂ ਨਵੀਂ ਸਟੋਰੀ ਬਣਾ ਕੇ, ਨਵੇਂ ਤੋਂ ਨਵਾਂ, ਮਤਲਬ ਉਹ ਤਾਂ ਇੱਦਾਂ ਹੀ ਜਿਵੇਂ ਇੱਕ ਕਾਰਪੋਰੇਸ਼ਨ ਰਨ ਕਰੀਦੀ ਹੈ। ਕਿਉਂਕਿ ਦੁਨੀਆ ਤੇ ਮੱਕਰ ਨਾਲ ਹੀ ਲੁੱਟੋਗੇ ਨਾ, ਤੇ ਰੋਟੀ ਸ਼ੱਕਰ ਨਾਲ ਹੀ ਖਾਓਗੇ, ਇਦੋਂ ਘੱਟ ਕੀ ਖਾਓਗੇ ਜੇ ਸਵਾਦ ਹੀ ਪੂਰੇ ਕਰਨੇ ਹੋਣ ਤਾਂ। ਉਹਨਾਂ ਦਾ ਸਵਾਲ ਇਹ ਹੈ ਵੀ ਇਹ ਹੁਣ ਜੀ ਇੱਕ ਤੇਲ ਹੈ, ਸਾਰਿਆਂ 'ਚ ਵੰਡ ਦਿਓ ਜੀ, ਸਾਰਿਆਂ 'ਚ ਵਰਤਾ ਦਿਓ। ਤੇ ਨਾਲ ਕੀ ਕੀਤਾ? ਪਾਣੀ ਲੁਕੋ ਲਿਆ। ਮਤਲਬ ਇੰਨੀਆਂ ਸ਼ਕਤੀਆਂ ਸੀ ਉਹਨਾਂ ਕੋਲੇ। ਅੱਜ ਪੁੱਛੋ ਜਿਨ੍ਹਾਂ ਦੇ ਮਗਰ ਤੁਸੀਂ ਭੱਜੇ ਫਿਰਦੇ ਹੋ, ਕਿਸੇ ਕੋਲ ਸ਼ਕਤੀ ਹੈ ਕਿ ਕੋਈ ਪਾਣੀ ਲੁਕਾ ਲਵੇ, ਕੋਈ ਹਵਾ ਚਲਾ ਦੇਵੇ, ਕੋਈ ਮੀਂਹ ਪਵਾ ਦੇਵੇ? ਹੈ ਕਿਸੇ ਸ਼ਕਤੀ? ਨਹੀਂ, ਕਿਸੇ 'ਚ ਕੋਈ ਸ਼ਕਤੀ ਨਹੀਂ ਹੈ। ਉਹ ਇੱਕ ਬੈਠਾ ਸਨਾਰੀਆ ਜੇਲ੍ਹ 'ਚ, ਉਹਨੇ ਇੱਕ ਫਿਲਮ ਬਣਾਈ ਸੀ ਮੈਸੇਂਜਰ ਆਫ ਗੋਡ। ਜੋ ਟਰੈਕਟਰ ਤੇ ਬੈਠਾ ਕਹੀ ਜਾਂਦਾ ਜੀ, ਕਹਿੰਦਾ ਅਸੀਂ ਕਈਆਂ ਦੇ ਗੇਅਰ ਕੱਢੇ ਨੇ, ਹੁਣ ਆਪਣਾ ਫਸਿਆ ਉਹਦੇ ਕੋਲ ਨਿਕਲਦਾ ਨਹੀਂ ਹੈ, ਆਪਣਾ ਕਸੂਤਾ ਫਸ ਗਿਆ ਉਹਦਾ। ਬੋਲਣ ਨਾਲ ਕੀ ਹੁੰਦਾ? ਹੁਣ ਮੈਂ ਇੱਥੇ ਬੈਠਾ ਕਹੀ ਜਾਵਾਂ ਜੀ ਮੈਨੂੰ ਤਰਲੋਕੀ ਦੇ ਦੀਦਾਰ ਹੁੰਦੇ ਨੇ, ਦਰਸ਼ਨ ਹੁੰਦੇ ਨੇ, ਤੇ ਕੀ ਇਹਦੇ ਨਾਲ ਮੇਰੇ ਅੰਦਰ ਕੋਈ ਜੋਤ ਜਗ ਚੱਲੀ ਹੈ? ਜੋਗੀ ਬੜੇ ਪੁੱਗੇ ਹੋਏ ਲੋਕ ਸਨ, ਪਰ ਤੁਸੀਂ ਵੇਖੋ ਕਿ ਉਹਨਾਂ ਦੀ ਗੁਰੂ ਨਾਨਕ ਸਾਹਿਬ ਦੇ ਅੱਗੇ ਹਾਲਤ ਕੀ ਹੈ। ਤਾਂ ਜਾ ਕੇ ਸਿੱਖੀ ਦ੍ਰਿੜ ਹੋਏਗੀ ਤੁਹਾਨੂੰ, ਤਾਂ ਤੁਸੀਂ ਗੁਰੂ ਕੇ ਸਿੱਖ ਬਣ ਕੇ ਗੁਰਦੁਆਰਿਆਂ ਵਿੱਚ ਆਓਗੇ, ਕੀਰਤਨ ਸੁਣੋਗੇ, ਸੇਵਾ ਕਰੋਗੇ, ਹਾਜ਼ਰੀਆਂ ਭਰੋਗੇ, ਬਾਣੀ ਪੜੋਗੇ। ਨਹੀਂ ਤਾਂ ਇਦਾਂ ਹੀ ਭਟਕਦੇ ਰਹੋਗੇ ਪਖੰਡੀਆਂ ਦੇ ਡੇਰਿਆਂ ਤੇ। ਪਾਣੀ ਸਿੱਧ ਜੋਗੀ ਲੋਕਾਂ ਨੇ ਲੁਕਾ ਲਿਆ, ਗੁਰੂ ਸਾਹਿਬ ਦੇ ਅੱਗੇ ਸਵਾਲ ਖੜਾ ਕਰ ਦਿੱਤਾ। ਕਹਿਣ ਲੱਗੇ ਜੀ ਇਹ ਕੰਮ ਕਰੋ, ਇਹ ਜਿਹੜਾ ਤਿਲ ਹੈ ਇਹ ਸਾਰਿਆਂ ਦੇ ਵਿੱਚ ਵਰਤਾ ਦਿਓ। ਹਾਂਜੀ। ਸਰਬ ਪ੍ਰਕਾਰ ਜਾਣ ਗੁਣ ਖਾਨੀ, ਮੇਰੇ ਸੰਗ ਕਹੀ ਆਸਬਾਨੀ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਮਰਦਾਨਿਆਂ ਵੀ ਇਹ ਤੇ ਇਹਨਾਂ ਨੇ ਬੜਾ ਵੱਡਾ ਸਵਾਲ ਪਾ ਦਿੱਤਾ ਹੈ। ਭਾਈ ਕੰਮ ਕਰੋ, ਆ ਜਿਹੜਾ ਤਿਲ ਇਹਨਾਂ ਨੇ ਦਿੱਤਾ ਹੈ, ਭੇਟਾ ਦਿੱਤੀ ਹੈ, ਇਹਨੂੰ ਚੁੱਕੋ।
हाँ जी। हे बाले तुम कोटो नीके, बहुर बरतावो मद सभी के। सतगुरु जी कहन लगे दो पत्थर लो, एक पत्थर दे उत्ते ये तिल दा दाना रख दिओ ते दूजे पत्थर नाल उहनूं रगड़ दिओ। हुण की होया, वो तिल जिहड़ा सी उहनूं पीस दिता गया ते सतगुरु महाराज कहन लगे भाई हुण इसनूं सारियां दे विच वरताउणा है। हाँ जी। होती दूर सरता बहबारी, ऊंचे सुर सो गुरु गुहारी। उथों जिहड़ी नदी सी गंगा वो दूर वगदी सी, नदी जिहड़ी सी वो दूर सी। कहंदे गुरु साहब दा ऐसा हुक्म वरतिया कि वो ऐ मानो कि जिवें नदी आप खुद चल के उत्थे आ गई। जिहड़ी नदी लगदा सी भी बड़ी दूर है, हुण इवें लगे भी जिवें वो सारे सिद्ध जोगी ते गुरु साहब बैठे नदी दे कंढे ते ने। हाँ जी। सो आई तत्काल अगारी, मनो बुलाई किन गोपारी। कवि जी कहते इंज लगता है कि ये नदी आ गई गुरु जी दे कोल, इवें आई कहते जिवें कोई गावां चारन वाले मालक ने, ग्वाले ने अपनियां गावां नूं आवाज मारी ते गावां नेड़े आ गईयां। पता नहीं शायद तुसी गल मनोगे कि नहीं मनोगे। ये जेडे मवासी ने, जानवर ने, कल्ले आपां ते दो चीज़ां वेखियां ना, शहरी लोगों ने एक बिल्ली वेख लई, एक कुत्ता वेख लिया। नहीं, इस तो अगे लोग सप भी पालते हैं, तोते कबूतर भी पालते हैं। मैं एक दिन किसी के घर गया तो छोटे छोटे तोते जिहड़े आस्ट्रेलिया वाले, वो घड़ी के मगरों ची 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 ची। मैं कहा तुसीं सौंदे किवें हो? कहते जी लाइट बंद कर दिओ, जो ये बोल जाण ते सानू कह दिओ। जो कमरे च लाइट बंद हो जाएगी फिर ची ची नहीं करते। कहते जे लाइट भी ना बंद करनी होवे ते इन्हां दे उत्ते चादर पा दिओ पिंजरे ते, हनेरा हो जाएगा फिर नहीं बोलणगे। ये जेडे पंछी ने, जानवर ने, मनुख इन्हां नूं क्यों अपने कोल रखदा है? क्योंकि ये मनुख नूं प्यार करते हैं, ये प्यार दे बसी होके चलते हैं। मैं छोटा जिहा सी जदों मैं वेखदा हुंदा सी कि साडे पिंड एक आदमी ने झोटा लैके आउणा, ਉਹਦੇ गल ਵਿੱਚ कोई रस्सा नहीं सी हुंदा, कोई नक च नत्थ नहीं सी हुंदी। वो अपने मालक दे मगर तुरदा सी ते कई बारी लोकां ने कहना भी अमका सिया असी 10-20 बंदे इकट्ठे होके खलोने आ, तू साडे विचों लंघ। ते फिर वेखदे भी झोटा की करदा है। ते जदों उन्हें बंदे ने बंदियां दे विचों लंघना तो झोटे ने बंदियां दे विचों दी लंघना, भावें जो मर्जी हो जाए। कवि जी ने एक उदाहरण दी, कहंदे नदी नेड़े आ गई। किवें? कहंदे जिवें मालक आवाज मारे ते गऊ आ जाए। तुसीं इन्हां पंछियां नूं, जानवरां नूं सरकसां विच कौतक करदे वेखिआ, खेडां करदे वेखिआ। देखो असीं अपने आप को लख बहादुर कहिए, पर जे तुसीं अज किते दुनिया नूं वेखो, क्योंकि दुनिया बड़ी छोटी है, तुहाडे मोबाइल विच है। साडे वर्गे तो नियाणे नूं कुत्ते नाल नहीं खेडण देंदे, भी नहीं पुत्त दंदी वड़ दूगा, चक मार लूगा। गोरियां दे बच्चे शेरां नाल खेडदे ने, शेरां नाल पलदे ने, पालदे ने। मैं एक दिन वेख रहा सी मगरमच्छ गोरे ने पालिया होया और उहदे नाल खेड रहा है, उहदे विच वड़ के पानी दे विच उहनूं खाण नूं दे रहा है। ते मगरमच्छ ते अपने लागे शागे किते कोल ना बंदा खलोण देवे, उत्थे खिंच लवे।
ਜਿਹੜੀ ਭਾਖਿਆ ਭਾਉ ਅਪਾਰ ਦੀ ਸਤਿਗੁਰੂ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਨਾ, ਇਹਨੂੰ ਸਮਝਣ ਦੀ ਲੋੜ ਹੈ। ਕਹਿੰਦੇ ਰੱਬ ਵੀ ਜਿਹੜਾ ਨਾ ਉਹ ਭਾਖਿਆ ਭਾਉ ਅਪਾਰ, ਸਾਰੀ ਪ੍ਰਕਿਰਤੀ ਇੱਥੇ ਰੁਕੀ ਹੈ। ਔਰ ਨਿਚੋੜੇ ਦਾ ਇਹੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਕਰਕੇ ਲੋਕਾਂ ਨੇ ਜਿਹੜੀਆਂ ਖੁੰਖਾਰ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਵਸੀ ਕਰਕੇ ਰੱਖਿਆ ਹੋਇਆ ਹੈ। ਕਵੀ ਜੀ ਨੇ ਉਦਾਹਰਨ ਬੜੀ ਪਿਆਰੀ ਦਿੱਤੀ ਹੈ, ਤਾਂ ਹੀ ਮੈਨੂੰ ਕਥਾ ਰੋਕਣੀ ਪਈ। ਕਹਿੰਦੇ ਗੁਰੂ ਸਾਹਿਬ ਦਾ ਇਸ਼ਾਰਾ ਐਵੇਂ ਸੀ ਜਿਵੇਂ ਮਾਲਕ ਗਾਂ ਨੂੰ ਆਵਾਜ਼ ਮਾਰੇ ਤੇ ਦੂਰ ਚਰਦੀ ਘਾਹ ਗਊ ਜਿਹੜੀ ਹੈ ਖੇਤਾਂ ਵਿੱਚ, ਉਹ ਭੱਜ ਕੇ ਆ ਜਾਏ ਵੀ ਮੇਰੇ ਮਾਲਕ ਨੇ ਮੈਨੂੰ ਆਵਾਜ਼ ਮਾਰੀ ਹੈ। ਕਹਿੰਦੇ ਦੂਰ ਵਗਦੀ ਨਦੀ ਜਿਹੜੀ ਸੀ ਉਹ ਸਤਿਗੁਰਾਂ ਦੇ ਨਜ਼ਦੀਕ ਆ ਗਈ। ਤਿਹ ਤਿਹ ਜਲ ਪਾਤਰ ਭਰ ਲੀਨੋ, ਤਿਲਕ ਘੋਟ ਮਿਲਾਵਣ ਕੀਨੋ। ਉੱਥੋਂ ਫਿਰ ਸਤਿਗੁਰੂ ਜੀ ਨੇ ਕਿਹਾ ਆਪਣੇ ਸੇਵਕਾਂ ਨੂੰ ਕਿ ਭਾਈ ਇਹ ਨਦੀ ਚੋਂ ਪਾਣੀ ਭਰੋ। ਇੱਕ ਭਾਂਡੇ ਵਿੱਚ ਪਾਣੀ ਭਰਿਆ ਗਿਆ ਤੇ ਉਹ ਜਿਹੜਾ ਦੋ ਪੱਥਰਾਂ ਦੇ ਵਿੱਚ ਰੱਖ ਕੇ ਤਿਲਾਂ ਦਾ ਇੱਕ ਦਾਣਾ ਘੋਟਿਆ ਗਿਆ ਸੀ, ਸਤਿਗੁਰੂ ਕਹਿੰਦੇ ਇਹਨੂੰ ਪਾਣੀ ਵਿੱਚ ਮਿਲਾ ਦਿਓ। ਉਹ ਪਾਣੀ ਵਿੱਚ ਮਿਲਾ ਦਿੱਤਾ ਤੇ ਹੁਣ ਪਾਣੀ ਹੋ ਗਿਆ ਬਹੁਤਾ, ਇੱਕ ਤਿਲ ਵਾਲਾ। ਸਤਿਗੁਰੂ ਕਹਿਣ ਲੱਗੇ ਹੁਣ ਇਹ ਸਾਰਿਆਂ ਨੂੰ ਵਰਤਾ ਦਿਓ। ਕੀ ਗੱਲ ਇਹ ਕਦੇ ਸਾਡੇ ਦਿਮਾਗ 'ਚ ਆ ਸਕਦੀ ਹੈ? ਅਸੀਂ ਤਾਂ ਚਾਰ ਬੰਦੇ, ਚਾਰ ਰੋਟੀਆਂ ਦੋ ਬੰਦੇ ਵੰਡ ਕੇ ਨਹੀਂ ਖਾ ਸਕਦੇ। ਆ ਜਿੰਨੀ ਦੁਨੀਆ ਦੀ ਲੜਾਈ ਕਾਹਦੀ ਹੈ? ਪਦਾਰਥਾਂ ਦੇ ਘਾਟੇ ਦੀ ਲੜਾਈ ਨਹੀਂ ਹੈ। ਇਹ ਸਾਰੀ ਖੋਹ ਮੱਲਣ ਦੀ ਲੜਾਈ ਹੈ। ਤੇ ਗੁਰੂ ਨਾਨਕ ਸਾਹਿਬ ਨੇ ਛੋਟਾ ਜਿਹਾ ਤਿਲਾਂ ਦਾ ਇੱਕ ਦਾਣਾ, ਸਿੱਧ ਜੋਗੀ ਲੋਕਾਂ ਨੇ ਸਵਾਲ ਪਾਇਆ ਸੀ ਤੇ ਗੁਰੂ ਜੀ ਨੇ ਉਹਦੇ ਵਿੱਚ ਵੀ ਉਹਨਾਂ ਨੂੰ ਸਮਝਾ ਦਿੱਤਾ ਵੀ ਭਾਈ ਤੁਸੀਂ ਤਾਂ ਕਮਲੇ ਹੋ। ਤਿਲਾਂ ਦੇ ਦਾਣੇ ਨੂੰ ਘੋਟਿਆ, ਪਾਣੀ ਵਿੱਚ ਮਿਲਾਇਆ, ਤਿਲ ਕੋ ਘੋਟ ਮਿਲਾਵਣ ਕੀਨੋ, ਤੇ ਜਲ ਪਾਤਰ ਭਰ ਲੀਨੋ। ਹਾਂਜੀ, ਪੁਨ ਸਭ ਸਿੱਧਨ ਮਹਿ ਬਰਤਾਵਾ, ਤਿਨ ਸਮਾਜ ਅਤ ਪਿਖਤ ਲਜਾਵਾ। ਸਤਿਗੁਰੂ ਕਹਿਣ ਲੱਗੇ ਛਕੋ ਬਈ, ਖਾਓ ਪੀਓ। ਤੇ ਉਹ ਜਿੰਨੇ ਜੋਗੀ ਸਨ ਬੜੇ ਸ਼ਰਮਸਾਰ ਹੋਏ ਵੀ ਇਹ ਕੀ ਬਣਿਆ, ਸ਼ਰਮਿੰਦੇ ਹੋਏ ਵੀ ਹੋਇਆ ਕੀ ਸਾਡੇ ਨਾਲ। ਅਸੀਂ ਸੋਚਿਆ ਵੀ ਨਹੀਂ ਸੀ ਕਦੇ ਕਿ ਨਾਨਕ ਨਿਰੰਕਾਰੀ ਇੱਕ ਛੋਟਾ ਜਿਹਾ ਤਿਲਾਂ ਦਾ ਜਿਹੜਾ ਦਾਣਾ ਹੈ ਕਿ ਇਸ ਕਦਰ ਉਸ ਨੂੰ ਸਾਡੇ ਵਿੱਚ ਸਾਰਿਆਂ ਦੇ ਵਿੱਚ ਬਰਾਬਰ ਤਕਸੀਮ ਕਰ ਦੇਵੇਗਾ, ਬਰਾਬਰ ਡਿਸਟ੍ਰੀਬਿਊਟ ਕਰ ਦੇਵੇਗਾ, ਬਰਾਬਰ ਵਰਤਾ ਦੇਵੇਗਾ। ਪਰ ਗੁਰੂ ਜੀ ਨੇ ਵਰਤਾ ਦਿੱਤਾ। ਤਿਲਾਂ ਦਾ ਦਾਣਾ ਘੋਟ ਲਿਆ ਤੇ ਪਾਣੀ 'ਚ ਮਿਲਾ ਕੇ ਕਿਹਾ ਜੀ ਇਹ ਜਲ ਛਕ ਲਓ ਸਾਰੇ ਜਣੇ। ਹਾਂਜੀ, ਬੋਲਿਓ ਮੰਗਲ ਨਾਥ ਸੁਜਾਨਾ, ਕਲ ਮਹਿ ਤੁਮ ਅਵਤਾਰ ਮਹਾਨਾ। ਇਹਨਾਂ ਜੋਗੀਆਂ ਦੇ ਵਿੱਚ ਇੱਕ ਜੋਗੀ ਦਾ ਨਾਂ ਸੀ ਮੰਗਲਨਾਥ। ਇਹ ਪਹਿਲਾਂ ਵੀ ਜਦੋਂ ਗੁਰੂ ਜੀ ਨੂੰ ਮਿਲਿਆ ਇਹਨੇ ਗੁਰੂ ਜੀ ਦਾ ਹਮੇਸ਼ਾ ਹੀ ਸਨਮਾਨ ਕੀਤਾ ਹੈ। ਜਿਹੜੇ ਚੰਗੇ ਜੋਗੀ ਉਹਨਾਂ ਵਿੱਚੋਂ ਇੱਕ ਮੰਗਲਨਾਥ ਹੈ। ਅੱਜ ਉਹਨੇ ਫਿਰ ਕਿਹਾ, ਕਹਿਣ ਲੱਗਾ ਨਾਨਕ ਜੀ ਮੈਂ ਤੇ ਪਹਿਲਾਂ ਹੀ ਮੰਨਦਾ। ਬੋਲਿਓ ਮੰਗਲਨਾਥ ਸੁਜਾਨਾ, ਕਲ ਮੈਂ ਤੁਮ ਅਵਤਾਰ ਮਹਾਨਾ। ਇਸ ਕਲਯੁਗ ਦੇ ਸਭ ਤੋਂ ਵੱਡੇ ਅਵਤਾਰ ਤੁਸੀਂ ਹੋ। ਰੱਬ ਦੇ ਭੇਜੇ ਹੋਏ ਸਭ ਤੋਂ ਵੱਡੇ ਗੁਰੂ, ਪੀਰ, ਫਕੀਰ, ਦਰਵੇਸ਼, ਔਲੀਏ, ਨਬੀ ਤੁਸੀਂ ਹੋ। ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ। ਹਾਂਜੀ, ਅਲਖ ਨਿਰੰਜਨ ਬੂਰਤ ਰੂਰੀ, ਸਭ ਬਿਦ ਕੀ ਅਜਮਤ ਧਰ ਪੂਰੀ। ਤੁਸੀਂ ਅਲਖ ਹੋ, ਨਿਰੰਜਨ ਹੋ, ਸੋਹਣੀ ਮੂਰਤ ਵਾਲੇ ਹੋ। ਤੁਹਾਡੇ ਵਿੱਚ ਅਜਮਤ ਬਹੁਤ ਹੈ। ਸਾਡੀਆਂ ਕਰਾਮਾਤਾਂ ਤੁਹਾਡੀਆਂ ਕਰਾਮਾਤਾਂ ਦੇ ਅੱਗੇ ਕੁਝ ਵੀ ਨਹੀਂ। ਅਸੀਂ ਪਾਣੀ ਲੁਕਾ ਦਈਏ, ਸਾਡੀ ਕੀ ਸ਼ਕਤੀ ਹੈ?
ਤੁਸੀਂ ਤੇ ਵਗਦੀ ਨਦੀ ਐ ਸੱਦ ਲਈ ਜਿਵੇਂ ਘਾਹ ਖਾਂਦੀ ਗਾਂ ਆਵਾਜ਼ ਮਾਰ ਕੇ ਸੱਦ ਲਈ ਦੀ ਹੈ। ਇਹ ਮੈਂ ਤਾਂ ਤੁਹਾਨੂੰ ਇੰਨੀਆਂ ਬੇਨਤੀਆਂ ਕੀਤੀਆਂ ਵੀ ਕਿਤੇ ਸੋਚਿਆ ਜਾਏ ਕਿ ਕੀ ਇਦਾਂ ਹੁੰਦਾ ਵੀ ਹੈ। ਹਾਂ ਬਿਲਕੁਲ ਹੁੰਦਾ ਹੈ ਭਾਈ। ਮੈਂ ਤਾਂ ਐਸਾ ਵੀ ਵੇਖਿਆ ਵੀ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਉਹਨਾਂ ਦੇ ਘਰ ਵਿੱਚ ਡੌਗੀ ਹੈ, ਕੁੱਤਾ ਹੈ, ਤੁਸੀਂ ਡਰਾਇੰਗ ਰੂਮ 'ਚ ਬੈਠੇ ਹੋ, ਜਿਵੇਂ ਘਰ ਦੇ ਆ ਕੇ ਮਿਲੇ ਉਹ ਡੌਗੀ ਵੀ ਤੁਹਾਨੂੰ ਆ ਕੇ ਮਿਲਦਾ ਹੈ। ਠੀਕ ਹੈ, ਉਹਦੇ ਮਿਲਣ ਦਾ ਤਰੀਕਾ ਹੈ, ਉਹ ਆ ਕੇ ਤੁਹਾਨੂੰ ਸੁੰਘਣ ਦੀ ਕੋਸ਼ਿਸ਼ ਕਰੇਗਾ, ਫਿਰ ਤੁਸੀਂ ਕਹੋਗੇ ਬਹਿ ਜਾ, ਉਹ ਬਹਿ ਜਾਏਗਾ। ਹੁਣ ਜਿਵੇਂ ਮੈਂ ਆਪਣੀ ਤੁਹਾਨੂੰ ਸੁਣਾਉਣਾ ਗੱਲ, ਡੌਗੀ ਆ ਜਾਏ ਤਾਂ ਮੈਂ ਇੱਕੋ ਹੀ ਕਹਿਣਾ ਹੁੰਦਾ ਉਹਨਾਂ ਨੂੰ ਵੀ ਇਹਨੂੰ ਬਾਹਰ ਭੇਜ ਦਿਓ। ਉਹ ਕਹਿੰਦੇ ਜੀ ਇਹ ਕੱਟੇਗਾ ਨਹੀਂ। ਮੈਂ ਕਿਹਾ ਮੈਨੂੰ ਵੀ ਪਤਾ ਕੱਟੇਗਾ ਤੇ ਨਹੀਂ, ਪਰ ਇਹ ਦੂਰੋਂ ਸੁੰਘਣ ਤੋਂ ਲੈ ਕੇ ਹੌਲੀ ਹੌਲੀ ਆ ਕੇ ਕੱਪੜਿਆਂ ਦੇ ਨੂੰ ਮੂੰਹ ਲਾਉਣਾ। ਅਸੀਂ ਬਾਬਾ ਜੀ ਦੀ ਤਾਬਿਆ ਬਹਿਣਾ ਹੁੰਦਾ, ਇਹਨੂੰ ਤੁਸੀਂ ਬਾਹਰ ਭੇਜ ਦਿਓ। ਤੁਸੀਂ ਯਕੀਨ ਕਰੋ, ਘਰ ਦੇ ਕਹਿਣਗੇ ਡੌਗੀ ਨੂੰ ਅੱਛਾ ਤੂੰ ਬਾਹਰ ਚਲੇ ਜਾ, ਉੱਠ ਕੇ ਬਾਹਰ ਚਲੇ ਜਾਂਦਾ। ਉਹਨੂੰ ਕਿਹੜੀ ਭਾਸ਼ਾ ਸਮਝ ਆਉਂਦੀ ਹੈ, ਕਿਵੇਂ ਮਾਲਕ ਦੀ ਗੱਲ ਨੂੰ ਮੰਨਦਾ ਹੈ ਤੇ ਕਿਵੇਂ ਸਮਝਦਾ ਹੈ। ਵੀ ਜੇ ਮਾਲਕ ਨੇ ਕਿਹਾ ਤੂੰ ਬਾਹਰ ਚਲੇ ਜਾ ਤਾਂ ਬਾਹਰ ਚਲਾ ਗਿਆ। ਤੋ ਮੰਗਲਨਾਥ ਜੋਗੀ ਕੀ ਕਹਿੰਦਾ ਹੈ? ਕਹਿੰਦਾ ਜੀ ਤੁਹਾਡੇ ਤੋਂ ਵੱਡਾ ਕਰਾਮਾਤੀ ਧਰਤੀ ਤੇ ਕੋਈ ਨਹੀਂ ਹੈ। ਤੇ ਅੱਜ ਪੁੱਛਣਾ ਚਾਹੀਦਾ ਕਿ ਜਿਹੜੇ ਗੁਰੂ ਘਰ ਨੂੰ ਛੱਡ ਕੇ ਇੱਧਰ ਉੱਧਰ ਭੱਜੇ ਫਿਰਦੇ ਨੇ, ਹੈ ਕੋਈ ਉਹਨਾਂ ਨੂੰ ਕੋਈ ਥਾਂ? ਨਹੀਂ, ਇਸ ਤੋਂ ਵੱਡਾ ਦਰ ਕੋਈ ਨਹੀਂ ਹੈ, ਇਸ ਤੋਂ ਵੱਡਾ ਘਰ ਕੋਈ ਨਹੀਂ ਹੈ, ਇਸ ਤੋਂ ਵੱਡੀ ਕਿਰਪਾ ਤੁਹਾਨੂੰ ਕੋਈ ਨਹੀਂ ਕਰ ਸਕਦਾ। ਜਿੰਨੀਆਂ ਦਾਤਾਂ ਤੁਰੁੱਠ ਕੇ ਗੁਰੂ ਨਾਨਕ ਦੇ ਸਕਦਾ ਹੈ, ਤੁਹਾਨੂੰ ਹੋਰ ਕੋਈ ਨਹੀਂ ਦੇ ਸਕਦਾ। ਹਾਂਜੀ। ਤੁਮਰੀ ਸਰਬਰ ਮੂਰਖ ਕਰਹੀ, ਬਹੁਰ ਲਜਾਏ ਹਿਰਦੇ ਦੁਖ ਭਰਹੀ। ਆਖਿਆ ਮਹਾਰਾਜ ਤੁਮਰੀ ਸਰਬਰ ਮੂਰਖ ਕਰਹੀ। ਸਰਬਰ ਦਾ ਅਰਥ ਹੁੰਦਾ ਬਰਾਬਰੀ। ਤੁਹਾਡੇ ਨਾਲ ਕੰਪੀਟੀਸ਼ਨ ਕੌਣ ਕਰੇਗਾ? ਮੰਗਲਨਾਥ ਕਹਿੰਦਾ ਜਿਹੜਾ ਮੂਰਖ ਹੋਏਗਾ ਉਹ ਕਰੇਗਾ। ਸਤਿਗੁਰੂ ਦੀ ਬਾਣੀ 'ਚ ਲਿਖਿਆ, ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਜਿਸ ਮਾਲਕ ਦੇ ਅੱਗੇ ਨਾ ਜ਼ੋਰ ਹੋਵੇ ਉਹਦੇ ਅੱਗੇ ਮੱਥਾ ਟੇਕਣਾ ਹੀ ਬਣਦਾ ਹੈ। ਆਖਿਆ ਮਹਾਰਾਜ ਤੁਹਾਡੇ ਤੋਂ ਵੱਡਾ ਕੋਈ ਨਹੀਂ, ਕੋਈ ਮੂਰਖ ਤੁਹਾਡੀ ਬਰਾਬਰੀ ਕਰੇਗਾ। ਇਸ ਕਰਕੇ ਬਹੁਰ ਲਜਾਏ ਹਿਰਦੇ ਦੁੱਖ ਭਰਹੀ। ਅਖੀਰ ਦੁਖੀ ਹੋਵੇਗਾ, ਅਖੀਰ ਉਹਨੂੰ ਆਪਣੇ ਜੀਵਨ ਵਿੱਚ ਸ਼ਰਮਿੰਦਗੀ ਸਹਾਰਨੀ ਪਵੇਗੀ। ਹਾਂਜੀ। ਮਨ ਮੁਖ ਮਹਿਮਾ ਜਾਣੈ ਨਾਹੀ, ਨਿਜ ਅਹੰਕਾਰ ਬਿਖੇ ਗਰਬਾਹੀ। ਤੁਹਾਡੀ ਮਹਿਮਾ ਨੂੰ ਕੋਈ ਨਹੀਂ ਜਾਣਦਾ, ਤੁਹਾਡੀ ਵਡਿਆਈ ਨੂੰ ਕੋਈ ਨਹੀਂ ਜਾਣਦਾ। ਨਿਜ ਹੰਕਾਰ, ਹਾਂ ਕੋਈ ਆਪਣੇ ਹੰਕਾਰ ਵਿੱਚ ਭਰਿਆ, ਕੋਈ ਗਰਭ ਕਰੀ ਜਾਵੇ, ਹੰਕਾਰ ਕਰੀ ਜਾਵੇ ਤਾਂ ਉਹਦਾ ਕੀ ਲੈਣਾ ਦੇਣਾ? ਬਸ ਐਸੇ ਲੋਕ ਹੁੰਦੇ ਨੇ ਕਿ ਉਹ ਪਿੰਡ 'ਚ ਸਰਪੰਚ ਨੂੰ ਹੀ ਕਹੀ ਜਾਣਗੇ ਅਸੀਂ ਤੈਨੂੰ ਸਰਪੰਚ ਨਹੀਂ ਮੰਨਦੇ। ਉਹ ਇਦਾਂ ਵੀ ਬੋਲ ਦੇਣਗੇ ਅਸੀਂ ਸਰਪੰਚਾ ਤੇਰੇ ਤੋਂ ਕੀ ਲੈਣਾ ਹੈ। ਵੀ ਜੇ ਤੁਸੀਂ ਸਰਪੰਚ ਤੋਂ ਕੁਝ ਨਹੀਂ ਲੈਣਾ ਤੇ ਸਰਪੰਚ ਨੇ ਤੁਹਾਡੇ ਕੋਲ ਕਿਹੜੀਆਂ ਦੋ ਰੋਟੀਆਂ ਸ਼ਾਮ ਨੂੰ ਲੈਣੀਆਂ ਨੇ? ਵੀ ਵੱਡੇ ਬੰਦੇ ਕੋਲ, ਮੁਖੀਏ ਕੋਲ, ਕਿਸੇ ਚੌਧਰੀ, ਕਿਸੇ ਠਾਕੁਰ ਕੋਲ ਤੁਸੀਂ ਜਾਓਗੇ ਤਾਂ ਤੁਹਾਨੂੰ ਹੀ ਕੁਝ ਦੇਵੇਗਾ, ਤੁਸੀਂ ਉਹਨੂੰ ਕੀ ਦੇਣਾ? ਤੇ ਜੇ ਤੁਸੀਂ ਕਹੋ ਵੀ ਅਸੀਂ ਤੈਨੂੰ ਨਹੀਂ ਮੰਨਦੇ ਤੇ ਭਾਈ ਤੁਹਾਡੀ ਮਰਜ਼ੀ ਹੈ। ਮੰਗਲਨਾਥ ਕਹਿਣ ਲੱਗਾ ਜੀ ਜਿਹੜਾ ਤੁਹਾਨੂੰ ਨਹੀਂ ਮੰਨੇਗਾ ਉਹ ਆਪਣੇ ਹੰਕਾਰ ਵਿੱਚ ਪਚੀ ਹੋਏਗਾ। ਤੁਮਹਿ ਪਛਾਨੈ ਸੇ ਗੁਣ ਖਾਨੀ, ਸੁਣ ਸ਼੍ਰੀ ਨਾਨਕ ਉਚਰੀ ਬਾਣੀ। ਤੁਮਹਿ ਪਛਾਨੈ ਸੇ ਗੁਣ ਖਾਨੀ, ਕੋਈ ਗੁਣਾਂ ਦੀ ਖਾਨ ਹੋਏਗਾ ਤੇ ਤੁਹਾਨੂੰ ਪਛਾਣੇਗਾ। ਤਦੋਂ ਫਿਰ ਗੁਰੂ ਨਾਨਕ ਦੇ ਪਿਤਾ ਜੀ ਨੇ ਇਹ ਬਚਨ ਆਪਣੇ ਮੁਖ ਤੋਂ ਉਚਾਰੇ ਸਨ। ਹਾਂਜੀ। ਮੰਗਲਨਾਥ ਸੁਣੋ ਤੁਮ ਐਸੇ, ਨਾਮ ਬਿਨਾ ਗਤ ਹੋਤ ਨ ਕੈਸੇ। ਹੇ ਮੰਗਲਨਾਥ ਸੁਣੋ,
ਨਾਮ ਤੋਂ ਬਿਨਾਂ ਗਤੀ ਨਹੀਂ, ਮੁਕਤੀ ਨਹੀਂ ਹੈ। ਮੰਗਲਨਾਥ ਗੁਰੂ ਜੀ ਦੀ ਮਹਿਮਾ ਵਡਿਆਈ ਬਹੁਤ ਕਰਦਾ ਸੀ, ਪਰ ਉਹ ਚੇਲਾ ਗੁਰੂ ਗੋਰਖ ਦਾ ਹੀ ਬਣ ਕੇ ਰਹਿੰਦਾ ਸੀ। ਉਹੀ ਸੁਆਹ ਮਲ ਲਈ, ਜੜਾਵਾਂ ਵਧਾ ਲਈਆਂ, ਉਹ ਕਰਾਮਾਤਾਂ ਦੇ ਵਿੱਚ ਮਸਤ। ਅੱਜ ਸਤਿਗੁਰੂ ਜੀ ਨੇ ਫਿਰ ਕਿਹਾ ਵੀ ਮੰਗਲਨਾਥ ਨਾਮ ਜਪੋ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਹਾਂਜੀ। ਨਾਮਹੀਨ ਨਰ ਨਰਕ ਸਿਧਾਵੈ, ਬੇਮੁਖ ਨਾਮ ਅਦਕ ਦੁਖ ਪਾਵੈ। ਨਾਮ ਤੋਂ ਬਿਨਾਂ ਮਨੁੱਖਾਂ ਨੂੰ ਨਰਕ ਵਿੱਚ ਜਾਣਾ ਪੈਂਦਾ ਹੈ। ਨਾਮ ਤੋਂ ਬਿਨਾਂ ਜਿਹੜੇ ਲੋਕ ਨੇ ਬੇਮੁਖ, ਉਹ ਆਪਣੇ ਜੀਵਨ ਵਿੱਚ ਦੁੱਖ ਪਾਉਂਦੇ ਨੇ। ਹਾਂਜੀ। ਸੁਣ ਕੈ ਬੋਲਿਓ ਭੰਗੁਰ ਬੈਨਾ, ਜੋਗ ਗਿਆਨ ਬਿਨ ਕੇਵਲ ਹੈ ਨਾ। ਅੱਗੋਂ ਜਿਹੜਾ ਭੰਗਰਨਾਥ ਜੋਗੀ ਸੀ, ਉਹ ਕਹਿਣ ਲੱਗਾ ਜੀ ਨਹੀਂ, ਜੋਗ ਤੋਂ ਬਿਨਾਂ ਗਿਆਨ ਨਹੀਂ, ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਕਹਿਣ ਲੱਗਾ ਜੀ ਹੋ ਹੀ ਨਹੀਂ ਸਕਦਾ, ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਗਿਆਨ ਵੀ ਜੋਗ ਤੋਂ ਹੈ ਤੇ ਮੁਕਤੀ ਗਿਆਨ ਤੋਂ ਹੈ। ਹਾਂਜੀ। ਤੁਮ ਕੈਸੇ ਕੈ ਨਾਮ ਬਖਾਨੋ, ਮਨ ਮੈਂ ਮਤ ਨਾ ਹਮਾਰੋ ਜਾਨੋ। ਤੁਮ ਕੈਸੇ ਕੇ ਨਾਮ ਬਖਾਨੋ। ਭੰਗਰਨਾਥ ਕਹਿਣ ਲੱਗਾ ਜੀ ਤੁਸੀਂ ਨਾਮ ਦੀ ਗੱਲ ਕਿਵੇਂ ਕਰਦੇ ਹੋ, ਅਸੀਂ ਤਾਂ ਨਹੀਂ ਮੰਨਦੇ। ਅਸੀਂ ਮੰਨਦੇ ਹਾਂ ਕਿ ਯੋਗ ਸਾਧਨਾ ਤੋਂ ਗਿਆਨ ਹੁੰਦਾ ਹੈ, ਗਿਆਨ ਤੋਂ ਫਿਰ ਮੁਕਤੀ ਹੁੰਦੀ ਹੈ। ਮਨ ਮੈਂ ਮਤ ਨਾ ਹਮਾਰੋ ਜਾਨੋ। ਸਗੋਂ ਨਾਨਕ ਜੀ ਤੁਸੀਂ ਆਪਣੀ ਮਤ ਵਿੱਚ ਸਾਡੇ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹਾਂਜੀ। ਗੁਰੂ ਕਹੈ ਸ਼੍ਰੀ ਨਾਮ ਮੈਂ, ਜਬ ਹੀ ਮਨ ਥਿਤ ਪਾਏ। ਗੁਰੂ ਕਹੈ ਸ਼੍ਰੀ ਨਾਮ ਮੈਂ। ਸਤਿਗੁਰੂ ਕਹਿਣ ਲੱਗੇ ਸੁਣੋ ਜੋਗੀ ਜਨੋ, ਜਦੋਂ ਤੁਹਾਡੀ ਸੁਰਤੀ, ਤੁਹਾਡਾ ਮਨ, ਤੁਹਾਡਾ ਚਿੱਤ, ਤੁਹਾਡੀ ਬੁੱਧੀ ਪਰਮਾਤਮਾ ਦੇ ਨਾਮ ਦੇ ਵਿੱਚ ਆ ਕੇ ਲੀਨ ਹੋਏਗੀ, ਟਿਕ ਜਾਏਗੀ, ਸਥਿਰਤਾ ਪਾਏਗੀ। ਹਾਂਜੀ। ਈਸ਼ੁਰ ਕਰਨਾ ਤੇ ਤਬੈ, ਗਿਆਨ ਹਿਰਦੇ ਹਵੈ ਜਾਏ। ਤਦੋਂ ਪਰਮਾਤਮਾ ਦੀ ਕਿਰਪਾ ਹੋਏਗੀ, ਪਰਮਾਤਮਾ ਦੀ ਕਿਰਪਾ ਤੋਂ ਗਿਆਨ ਹੋਏਗਾ। ਦੇਖੋ ਸਿੱਖੀ ਦਾ ਸਿਧਾਂਤ ਇਹ ਹੈ ਕਿ ਕੁੰਭੈ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਇਹ ਠੀਕ ਹੈ ਕਿ ਘੜੇ ਵਿੱਚ ਪਾਣੀ ਰਹਿ ਸਕਦਾ ਹੈ, ਘੜੇ ਵਿੱਚ ਪਾਣੀ ਸੰਭਾਲਿਆ ਜਾ ਸਕਦਾ ਹੈ, ਹੁਣ ਇਹ 'ਚ ਕੋਈ ਡਾਊਟ ਤਾਂ ਹੈ ਨਹੀਂ, ਕੋਈ ਸ਼ੱਕ ਨਹੀਂ ਹੈਗਾ। ਪਰ ਗੱਲ ਤੇ ਵੀ ਘੜਾ ਕਿੱਥੋਂ ਆਏਗਾ? ਘੜਾ ਬਣਾਉਣ ਵਾਸਤੇ ਵੀ ਤਾਂ ਪਾਣੀ ਚਾਹੀਦਾ। ਜੇ ਪਾਣੀ ਨੂੰ ਸੰਭਾਲਣ ਵਾਸਤੇ ਘੜਾ ਜ਼ਰੂਰੀ ਹੈ ਤੇ ਚੇਤਾ ਰੱਖਣਾ ਘੜਾ ਬਣਾਉਣ ਵਾਸਤੇ ਪਾਣੀ ਪਹਿਲਾਂ ਜ਼ਰੂਰੀ ਹੈ। ਪਾਣੀ ਨਹੀਂ ਹੋਏਗਾ ਤਾਂ ਘੜਾ ਬਣੇਗਾ ਹੀ ਨਹੀਂ। ਪਾਣੀ ਤੋਂ ਬਣਿਆ ਘੜਾ ਹੀ ਪਾਣੀ ਨੂੰ ਸੰਭਾਲੇਗਾ। ਇਸੇ ਤਰ੍ਹਾਂ ਗਿਆਨ ਦੇ ਵਿੱਚ ਬੱਧਾ ਮਨ ਰਹਿ ਸਕਦਾ ਹੈ, ਪਰ ਗਿਆਨ ਤਾਂ ਗੁਰੂ ਬਿਨਾਂ ਹੋ ਹੀ ਨਹੀਂ ਸਕਦਾ। ਕੋਈ ਸ਼ਕਤੀ ਨਹੀਂ, ਕੋਈ ਤਾਕਤ ਨਹੀਂ ਜਿਹੜੀ ਗੁਰੂ ਤੋਂ ਬਿਨਾਂ ਗਿਆਨ ਦੇ ਦੇਵੇ। ਹਾਂਜੀ। ਨਾਮ ਬਿਨਾ ਨਹਿ ਜੋਗ ਹੈ, ਦੇਖੋ ਹਿਰਦੈ ਵਿਚਾਰ। ਜਦੋਂ ਪਰਮਾਤਮਾ ਦੀ ਕਿਰਪਾ ਹੋਏਗੀ ਤਾਂ ਗਿਆਨ ਹੋਏਗਾ। ਨਾਮ ਬਿਨਾ ਨਹਿ ਜੋਗ ਹੈ, ਦੇਖੋ ਹਿਰਦੈ ਵਿਚਾਰ। ਨਾਮ ਤੋਂ ਬਿਨਾ ਕੋਈ ਸ਼ਕਤੀ ਨਹੀਂ ਹੈ, ਸਭ ਭੁਲੇਖਾ ਹੈ। ਉਹ ਕਹਿੰਦੇ ਸਾਡੇ ਕੋਲ ਹੈਗੀਆਂ ਨੇ, ਹੈਗੀਆਂ ਤਾਂ ਸੀ, ਪਰ ਗੁਰੂ ਸਾਹਿਬ ਦੀਆਂ ਸ਼ਕਤੀਆਂ ਦੇ ਬਰਾਬਰ ਕੁਝ ਵੀ ਨਹੀਂ ਸਨ। ਦੇਖੋ ਹਰ ਮੁਲਕ ਦੀ ਇੱਕ ਆਪਣੀ ਕਰੰਸੀ ਹੈ। ਪਰ ਕਿਸੇ ਦੀ ਕਰੰਸੀ ਦੀ ਵੈਲਿਊ ਕਿੰਨੀ ਹੈ, ਕਿਸੇ ਦੀ ਕਿੰਨੀ ਹੈ। ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਮੁਲਕ ਨੇ ਜਿਨ੍ਹਾਂ ਦੇ 1 ਰੁਪਈਏ ਦਾ ਇੱਥੇ 10 ਰੁਪਈਏ, 20 ਰੁਪਈਏ, 22 ਰੁਪਈਏ, 50 ਰੁਪਈਏ, 75 ਰੁਪਈਏ
90 रुपये 100 रुपया 250 रुपया ਜਿਹੜੇ ਕੁਵੈਤ ਦੇ ਦਿਨਾਰ ਨੇ ਮੇਰੇ ਖਿਆਲ ਉਹਨਾਂ ਦੇ 235-40 ਰੁਪਏ ਆ ਜਾਂਦੇ ਨੇ 1 ਰੁਪਏ ਦੇ। ਇੰਗਲੈਂਡ ਦੇ 1 ਰੁਪਏ ਦਾ ਤਕਰੀਬਨ 100 ਰੁਪਇਆ ਆ ਜਾਂਦਾ। ਅਮਰੀਕਾ ਦੇ ਰੁਪਏ ਦੇ ਇੱਥੇ 75 ਆ ਜਾਂਦੇ ਨੇ। 60 ਰੁਪਏ ਤੇ ਕੈਨੇਡਾ ਦੇ ਰੁਪਏ ਦੇ ਇੱਥੇ ਬਣ ਜਾਂਦੇ ਨੇ। ਹੁਣ ਪਾਕਿਸਤਾਨ ਜਾਓਗੇ ਤਾਂ ਹੋਰ ਵੱਧ ਜਾਏਗਾ, ਨੇਪਾਲ ਜਾਓਗੇ ਤਾਂ ਬੋਰੀ ਭਰ ਜਾਏਗੀ, ਉਹਦੀ ਵੈਲਿਊ ਹੋਰ ਵੀ ਘੱਟ ਹੈ। ਸ਼ਾਇਦ ਬੰਗਲਾਦੇਸ਼ ਵੀ ਘੱਟ ਹੋਏਗਾ। तो इस करके सवाल ये नहीं कि जोगियां दी करामातां की ने, नाम दी शक्ति दे बराबर इन्हां चीज़ां दियां जिहड़ियां करामातां ने वो बड़ियां ऊणियां ने, पूरियां ने, घट ने, पूरियां नहीं है। नाम तो बिना वड्डी, नाम तो वड्डी कोई शक्ति नहीं है। इउं कह लीए नाम तो बिना कुछ भी नहीं है। हाँ जी। ਤਾਂ ਤੇ ਸਭ ਹੀ ਸਿੱਧ ਮਹਿ ਨਾਮ ਲਖੋ ਸੁਖਕਾਰ। इस करके सारियां सिद्धां दे विच सिर्फ एक नाम है जिहड़ा तुहानूं सुख दे सकदा है, जिहदे तो तुहानूं सुखां दी प्राप्ति हो सकदी है। हाँ जी। अतिशय श्रेष्ठ नाम है नौका कल काल मह। अतिशय श्रेष्ठ नाम है नौका कल काल में। ये सब तो श्रेष्ठ जिहड़ा नाम है, ये तो कलयुग की एक बेड़ी है भाई। साडे बजुर्ग पढ़ते होंदे सी, वाहिगुरु नाम जहाज है चढ़े सो उतरे पार। जिहड़ा रब दा नाम है तो एक बेड़ी है भाई, जहाज है कि जिहड़ा बवेगा वो भवसागर नूं, संसार समुंदर नूं पार कर जाएगा। हाँ जी। शब्द पढ़ियो अबराम सिद्धन को लज्जत करन। तदों सतगुरु पिता जी ने एक शब्द उचारिया। ये शब्द राम कली राग दे विच है। जगत गुरु गुरु नानक साहब पिता महाराज जी का उचारण किया होया। हाँ जी। राम कली महला पहला जग पर बोधै मड़ी बंधावे। आसन त्याग काहे सच पावे। ममता मोह कामन हितकारी ना अवतूति ना संसारी। जोगी बैस रहो दुबदा दुख भागै। घर कर मांगत लाज न लागै। रहाऊ गावह गीत न चीनै आप। क्यों लागी निवरै परताप। ये 8 पदियां दा शब्द है रामकली राग विच, जिहड़ा सतगुरु गुरु नानक साहब पिता जी ने उचारिया। और इन्हां सिद्ध जोगी लोकां नूं समझाया कि नहीं भाई तुसी गलत हो, तुसी ठीक नहीं हो, तुहाडा रस्ता ठीक नहीं। हुण कहना जोग मत औखा किन्ना है। कपड़े नहीं पाने कदों, ना सियाल च ना गर्मी च। विआह शादी का तो मतलब ही कोई नहीं। फिर साडे वर्गे उन्होंने भोजन नहीं खाने, थोड़ा भी सवेरे ब्रेकफास्ट जी, दोपहरे लंच जी, शाम नूं डिनर जी, ते चाह पार्टी किते उत्थे हो रही है। सिद्ध जोगी लोग तो इदा ही पौणहारी होके तुरे फिरदे सी। कोई पानी विच खलोता है, कोई पहाड़ ते चढ़ के बैठा है। सिख धर्म तो वधिया धर्म दुनिया विच कोई नहीं है। सब तो सौखा धर्म है, सुखैन धर्म है। हुण असीं इहनूं अपने आप उलझाई जाइए तो वो साडी अपनी गलती है कि असीं इहनूं औखा करी जाइए, इहनूं थोड़ा जिहा विंगा टेढ़ा बनाई जाइए। तो नहीं तो बड़ा सौखा धर्म है। अमृत वेले उठना है, इशनान करना है, पाठ करना है, गुरुद्वारे जाना है, संगत करनी है, सेवा करनी है, किरत करनी है, वंड छकना है, नाम जपना है, अपने परिवार दा पालन पोषण करना है। धर्म इन्ना ही है।
ਹੁਣ ਇਹਨੂੰ ਅੱਗੇ ਉਲਝਾਈ ਜਾਓ ਜਿੰਨਾ ਮਰਜ਼ੀ ਉਲਝਾਈ ਜਾਓ ਬਈ, ਉਹਦਾ ਤਾਂ ਕੋਈ ਜਵਾਬ ਹੀ ਨਹੀਂ ਹੈਗਾ। ਸੱਚੇ ਪਾਤਸ਼ਾਹ ਨੇ ਇੱਥੇ ਸ਼ਬਦ ਉਚਾਰਿਆ, ਹਾਂਜੀ, ਦੰਭ ਧਾਰ। ਦੰਭ ਧਾਰ ਕਰ ਜਗ ਦਿਖ ਰਾਵ, ਲੋਕਨ ਮਹਿ ਨਿਜ ਮਾਨ ਬੰਧਾਵ। ਸਤਿਗੁਰੂ ਕਹਿਣ ਲੱਗੇ ਕਰਦੇ ਕੀ ਹੋ ਤੁਸੀਂ? ਕੀ ਕਰਦੇ ਹੋ? ਪਖੰਡ ਕਰਦੇ ਹੋ, ਆਪਣਾ ਹੰਕਾਰ ਵਧਾਉਂਦੇ ਹੋ, ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਕਾਪ ਜੀ ਨੂੰ ਬੇਨਤੀ ਕਰਾਂ, ਕਿਸੇ ਪਿੰਡ ਦੇ ਵਿੱਚ ਇੱਕ ਬੰਦਾ ਸਰਪੰਚ ਬਣਦਾ ਹੈ, ਅਗਰ ਉਸਨੇ ਗਵਰਨਮੈਂਟ ਗ੍ਰਾਂਟ ਨਾ ਖਾਣੀ ਹੋਵੇ, ਅਗਰ ਉਹਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਨਾ ਕਰਨੀ ਹੋਵੇ, ਤੇ ਪੁੱਛੋ ਵੀ ਉਹਨੂੰ ਕੀ ਫਾਇਦਾ ਹੈ? ਕੋਈ ਹੈ ਫਾਇਦਾ? ਨਾ, ਕੋਈ ਫਾਇਦਾ ਨਹੀਂ। ਉਹ ਸੁੱਤਾ ਪਿਆ, ਕੋਈ ਆ ਜਾਏਗਾ, ਸਰਪੰਚ ਜੀ ਆ ਬਾਹਰ ਆਇਓ ਜਾਂ ਵੇਖੋ ਇਹਨਾਂ ਦੇ ਮੱਝਾਂ ਨੇ ਸਾਡੇ ਤੇ ਸਾਰੇ ਪੱਠੇ ਹੀ ਖਾ ਲਏ ਨੇ। ਕੋਈ ਕਹੇਗਾ ਇਹਨੇ ਸਾਡੀ ਚੋਰੀ ਕਰ ਲਈ ਹੈ, ਕੋਈ ਕਹੇਗਾ ਜੀ ਇਹਨਾਂ ਨੇ ਸਾਡਾ ਸਿਰ ਪਾੜ ਦਿੱਤਾ ਹੈ, ਸਾਡੇ ਨਾਲ ਥਾਣੇ ਚੱਲੋ ਜੀ। ਸਾਰਾ ਦਿਨ ਸਿਰਫ ਲੋਕਾਂ ਦੇ ਕੰਮ ਕਰਨੇ ਹੈ। ਚੌਧਰਦਾਰੀ ਵਿੱਚ ਤੁਹਾਡਾ ਆਪਣਾ ਕੋਈ ਕੰਮ ਨਹੀਂ। ਜੇ ਤੁਸੀਂ ਬੇਈਮਾਨੀ ਨਹੀਂ ਕਰਦੇ, ਹੇਰਾ ਫੇਰੀ ਨਹੀਂ ਕਰਦੇ, ਲੁੱਟ ਖਸੁੱਟ ਨਹੀਂ ਕਰਦੇ, ਤਾਂ ਕੁਝ ਵੀ ਨਹੀਂ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਇੱਕ ਗੁਰਦੁਆਰੇ ਦਾ ਪ੍ਰਧਾਨ ਹੈ, ਭਾਵੇਂ ਛੋਟੀ ਜੀ ਸਿੰਘ ਸਭਾ ਹੈ, ਆਮ ਬੰਦਾ ਗੁਰਦੁਆਰੇ ਜਾਵੇ ਨਾ ਜਾਵੇ, ਪ੍ਰਧਾਨ ਨੂੰ ਤਾਂ ਜਾਣਾ ਪਏਗਾ ਨਾ। ਜੇ ਜਾਏਗਾ 10 ਰੁਪਏ ਮੱਥਾ ਟੇਕੇਗਾ, 10 ਰਾਗੀ ਸਿੰਘਾਂ ਨੂੰ ਦੇਗਾ, 10 ਕਥਾ ਵਾਲੇ ਨੂੰ ਦੇਗਾ, ਫਿਰ ਉੱਥੇ ਕੋਈ ਨਾ ਕੋਈ ਉਗਰਾਹੀ ਆ ਗਈ ਤੇ 100 ਰੁਪਏ ਉੱਥੇ ਵੀ ਦੇਣਾ ਪਏਗਾ। ਫਿਰ ਕਿਸੇ ਦੇ ਜੰਮਣਾ ਮਰਨਾ ਪਰਨਾ, ਸਾਰਾ ਦਿਨ ਸਾਈਕਲ ਚੁੱਕੇ ਸਕੂਟਰ ਚੁੱਕ ਕੇ ਉਧਰ ਤੁਰਿਆ ਫਿਰੇਗਾ। ਇੰਨੇ ਕੰਮ ਕਰਨ ਲਈ ਉਹਨੂੰ ਆਪਣੇ ਘਰ ਦੇ ਕੰਮ ਛੱਡਣੇ ਪੈਣਗੇ। ਤੇ ਲੱਭਾ ਕੀ ਵਿੱਚੋਂ? ਪ੍ਰਧਾਨ ਜੀ, ਪ੍ਰਧਾਨ ਜੀ। ਹੁਣ ਜੇ ਤੇ ਉਹਦੇ ਵਿੱਚੋਂ ਕੋਈ ਹੇਰਾ ਫੇਰੀ ਕਰਦਾ ਹੋਵੇ ਫਿਰ ਤਾਂ ਬੱਲੇ ਬੱਲੇ ਹੈ। ਤੇ ਜੇ ਉਹਨੇ ਇੱਕ ਪੈਸੇ ਦੀ ਗੁਰਦੁਆਰੇ ਦੀ ਗੋਲਕ ਦੀ ਰਵਾਦਾਰੀ ਨਹੀਂ, ਤਾਂ ਇਸ ਪ੍ਰਧਾਨਗੀ ਦੀ ਚੌਧਰਦਾਰੀ ਪਿੱਛੇ ਉਹਨੂੰ ਆਪਣੇ ਬੱਚਿਆਂ ਦੇ ਕੰਮ, ਘਰ ਦੇ ਕੰਮ ਛੱਡਣੇ ਪੈਣਗੇ। ਐਵੇਂ ਲੋਕਾਂ ਦੀਆਂ ਉੱਤੀਆਂ ਬੁੱਤੀਆਂ ਕਰਨੀਆਂ ਪੈਣਗੀਆਂ। ਹਰ ਵੋਟਾਂ ਦੇ ਵੇਲੇ ਲੋਕਾਂ ਅੱਗੇ ਹੱਥ ਜੋੜਨੇ ਪੈਣਗੇ। ਤੇ ਪੁੱਛੋ ਵੀ ਤੇਰਾ ਆਪਣਾ ਪਰਸਨਲ ਇੰਟਰਸਟ ਕੀ ਉਹਦੇ 'ਚ? ਸਿਰਫ ਇਹੀ ਹੈ ਨਾ ਕਿ ਲੋਕ ਮੈਨੂੰ ਪ੍ਰਧਾਨ ਜੀ ਕਹਿਣਗੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਿੱਧ ਜੋਗੀ ਜਣੋ, ਤੁਸੀਂ ਇੰਨੇ ਪਾਪੜ ਵੇਲਦੇ ਹੋ ਕਾਹਦੇ ਲਈ? ਕਿ ਲੋਕ ਕਹਿਣ ਵੀ ਇਹ ਜੋਗੀ 'ਚ ਬੜੀਆਂ ਕਰਾਮਾਤਾਂ ਨੇ। ਕੁਛ ਨਹੀਂ ਕੱਢਣਾ ਪਾਉਣਾ। ਚੰਗੇ ਕੱਪੜੇ ਨਹੀਂ ਪਾਏ, ਚੰਗੇ ਮੰਜੇ ਤੇ ਨਹੀਂ ਸੁੱਤੇ, ਚੰਗਾ ਬਿਸਤਰਾ ਨਹੀਂ ਵਰਤਿਆ, ਚੰਗੇ ਰੋਟੀ ਨਹੀਂ ਚੰਗੀ ਖਾਧੀ, ਚੰਗਾ ਘਰ ਬਣਾ ਕੇ ਨਹੀਂ ਰਹੇ। ਸਿਰਫ ਇੱਕ ਹੰਕਾਰ ਹੈ ਜੀ, ਮੇਰੇ ਕੋਲ ਕਰਾਮਾਤਾਂ ਬੜੀਆਂ ਨੇ। ਦੰਭ ਧਾਰ ਕਰ ਜਗ ਦਿਖਰਾਵੋ, ਲੋਕਨ ਮੈਂ ਨਿਜ ਮਾਨ ਵਧਾਵੋ। ਸਿਰਫ ਆਪਣਾ ਹੰਕਾਰ ਵਧਾਉਂਦੇ ਹੋ ਤੁਸੀਂ। ਇਸ ਤੋਂ ਇਲਾਵਾ ਤੁਹਾਡੇ ਕੋਲ ਕੀ ਹੈ? ਕੁਝ ਵੀ ਨਹੀਂ। ਹਾਂਜੀ। ਵੇਖ ਕੂਰ ਨ ਹਿਰਦੇ ਕਮਾਵੋ, ਨਾਮ ਜਪੇ ਬਿਨ ਕਿਉ ਸੱਚ ਪਾਵੋ। ਸਤਿਗੁਰੂ ਕਹਿਣ ਲੱਗੇ, ਨਾ ਭੇਖ ਕਰਕੇ ਵਿਖਾਓ, ਨਾ ਝੂਠ ਕਮਾਓ। ਨਾਮ ਤੋਂ ਬਿਨਾਂ ਮੁਕਤੀ ਨਹੀਂ ਜੇ ਹੋਣੀ। ਭੱਜੇ ਫਿਰ ਲੋਕਾਂ ਦੇ ਕੰਮ ਕਰਦੇ, ਕੀ ਹੋਏਗਾ? ਕਈਆਂ ਦੀ ਖਾਤਰ ਝੂਠ ਬੋਲਣਾ ਪਏਗਾ, ਕਈਆਂ ਦੀ ਖਾਤਰ ਨਾ ਚਾਹੁੰਦਿਆਂ ਹੋਇਆਂ ਵੀ ਤੁਹਾਨੂੰ ਤਰਫਦਾਰੀ ਕਰਨੀ ਪਏਗੀ। ਅਗਲੇ ਕਹਿਣਗੇ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਈਆਂ ਜੀ। ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੋ, ਕਹਿਣਗੇ ਆ ਜੀ, ਫਿਰ ਅਗਲੀ ਵਾਰੀ ਆ ਜੀ ਸਾਡੇ ਕੋਲੇ। ਠਾਣਿਆਂ ਬਠਾਣਿਆਂ ਦੇ ਵਿੱਚ ਜਿਹੜੇ ਪਿੰਡਾਂ ਦੇ ਸਰਪੰਚ ਲੋਕ ਹੁੰਦੇ ਨੇ, ਉਹ ਜਾਣਦਿਆਂ ਹੋਇਆਂ ਵੀ ਕਿ ਮੈਂ ਗਲਤ ਪਾਰਟੀ ਨਾਲ ਆਇਆ, ਪਰ ਫਿਰ ਉਹਨੂੰ ਗਲਤ ਬੰਦੇ ਦੀ ਸਪੋਰਟ ਕਰਨੀ ਪੈਂਦੀ ਹੈ। ਨਾ ਇਹ ਇਨਸਾਨੀਅਤ ਕਹਿੰਦੀ ਕਰੋ, ਨਾ ਧਰਮ ਕਹਿੰਦਾ ਕਰੋ। ਤੇ ਜੋ ਨਹੀਂ ਕਰਦਾ ਤੇ ਅਗਲੀ ਵਾਰੀ ਲੋਕੀ ਸਰਪੰਚ ਸਾਹਿਬ ਨਹੀਂ ਕਹਿੰਦੇ। ਸਿਰਫ ਇੱਕ ਝੂਠੀ ਵਾਹਵਾ ਵਾਸਤੇ, ਝੂਠੀ ਸ਼ਾਨ ਵਾਸਤੇ, ਝੂਠੀ ਸ਼ੋਹਰਤ ਵਾਸਤੇ ਫਿਰ ਬੰਦਾ ਕੀ ਨਹੀਂ ਕਰਦਾ? ਸਾਰੇ ਮਾੜੇ ਕੰਮ ਕਰਦਾ। ਸਤਿਗੁਰਾਂ ਨੇ ਸਮਝਾਇਆ, ਜੋਗੀ ਜਨੋ, ਦੰਭ ਛੱਡੋ, ਭੇਖ ਛੱਡੋ, ਝੂਠ ਛੱਡੋ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ।
ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।